ਗੁੱਡ ਮਾਰਨਿੰਗ ਸਟੂਡੈਂਟਸ। ਈਟੀਟੀ ਦੇ ਸਟੂਡੈਂਟਸ ਲਈ ਆਪਣਾ ਸਬਜੈਕਟ ਚੱਲ ਰਿਹਾ ਸੀਗਾ ਸਕੂਲ ਕਲਚਰ ਲੀਡਰਸ਼ਿਪ ਐਂਡ ਚੇਂਜ। ਉਹਦੇ ਵਿੱਚ ਆਪਾਂ ਕੱਲ੍ਹ ਚੈਪਟਰ 11 ਸ਼ੁਰੂ ਕੀਤਾ ਸੀ ਸਕੂਲ ਮੈਨੇਜਮੈਂਟ, ਜਿਹਦੇ ਵਿੱਚ ਆਪਾਂ ਸਕੂਲ ਮੈਨੇਜਮੈਂਟ ਦੀ ਡੈਫੀਨੇਸ਼ਨ ਕਰ ਲਈ ਸੀ, ਕਰੈਕਟਰਿਸਟਿਕਸ ਕਰ ਲਈਆਂ ਸੀ ਉਹਦੀਆਂ, ਅਤੇ ਨੀਡ ਐਂਡ ਆਬਜੈਕਟਿਵ ਆਫ ਸਕੂਲ ਮੈਨੇਜਮੈਂਟ ਕੱਲ੍ਹ ਦੀ ਵੀਡੀਓ ਦੇ ਵਿੱਚ ਆਪਣਾ ਕਵਰ ਹੋ ਗਿਆ ਸੀ। ਅੱਜ ਜਿਹੜਾ ਰਿਮੇਨਿੰਗ ਟੋਪਿਕ ਹੈ ਉਹਨੂੰ ਆਪਾਂ ਕਵਰ ਕਰਾਂਗੇ ਇਸ ਵੀਡੀਓ ਦੇ ਵਿੱਚ। ਅੱਜ ਜਿਹੜਾ ਆਪਾਂ ਟੋਪਿਕ ਸ਼ੁਰੂ ਕਰਨਾ ਹੈ ਐਸੇ ਚੈਪਟਰ ਦਾ, ਚੈਪਟਰ ਨੰਬਰ 11 ਦਾ ਟੋਪਿਕ ਹੈਗਾ ਐਲੀਮੈਂਟ ਸਕੋਪ ਆਫ ਸਕੂਲ ਮੈਨੇਜਮੈਂਟ। ਸਕੂਲ ਪ੍ਰਬੰਧ ਦੇ ਤੱਤ ਅਤੇ ਕਾਰਜ ਖੇਤਰ। ਸਕੋਪ ਕਿੰਨਾ ਹੈ, ਕਿੰਨੇ ਕੁ ਏਰੀਏ ਦੇ ਵਿੱਚ ਜਿਹੜੀ ਸਕੂਲ ਮੈਨੇਜਮੈਂਟ ਹੈ ਉਹ ਆਪਦਾ ਕੰਮ ਕਰਦੀ ਹੈ। ਕਹਿੰਦੇ ਜਿਹੜੇ ਸਕੂਲ ਪ੍ਰਬੰਧ ਜਾਂ ਪ੍ਰਸ਼ਾਸਨ ਦਾ ਘੇਰਾ ਕੀ ਹੁੰਦਾ, ਵਿਆਪਕ ਹੁੰਦਾ, ਵਾਈਡ ਹੁੰਦਾ, ਮਤਲਬ ਵੱਡਾ ਹੁੰਦਾ, ਕੋਈ ਛੋਟਾ ਜਿਹਾ ਘੇਰਾ ਨਹੀਂ। ਕਿਉਂਕਿ ਦੇਖੋ ਇੱਕ ਜਿਹੜੀ ਮੈਨੇਜਮੈਂਟ ਹੈ ਉਹ ਪੂਰੇ ਸਿਸਟਮ ਨੂੰ ਮੈਨੇਜ ਕਰਦੀ ਹੈ, ਤਾਂ ਉਹਦਾ ਜਿਹੜਾ ਐਕਸਪਲੇਨੇਸ਼ਨ ਦਾ ਜਿਹੜਾ ਘੇਰਾ ਹੋਊਗਾ, ਜਿਹੜਾ ਆਪਾਂ ਕਹਿੰਦੇ ਸਕੋਪ ਹੋਊਗਾ, ਉਹ ਕੀ ਹੋਊਗਾ, ਵਿਆਪਕ ਹੋਊਗਾ, ਕਾਫੀ ਵੱਡੇ ਲੈਵਲ ਦਾ ਹੋਊਗਾ। ਇਹਦੀ ਲੋੜ ਤਾਂ ਵੀ ਪੈਂਦੀ ਹੈ, ਕਿਉਂ ਪੈਂਦੀ ਹੈ ਆਪਾਂ ਨੂੰ ਸਕੂਲ ਸੰਗਠਨ ਦੀ ਲੋੜ, ਜਿਵੇਂ ਕਿ ਕੋਈ ਵੀ ਕਾਰਜ ਨੂੰ ਪੂਰਾ ਕਰਨਾ ਹੈ, ਕਿਸੇ ਵੀ ਚੀਜ਼ ਨੂੰ ਚੰਗੀ ਤਰ੍ਹਾਂ ਚਲਾਉਣਾ ਹੈ, ਤਾਂ ਉਸ ਚੀਜ਼ ਨੂੰ ਚਲਾਉਣ ਲਈ ਮੈਨੇਜਮੈਂਟ ਦੀ ਇੱਕ ਪ੍ਰੋਪਰ ਜਿਹੜੀ ਹੈ ਲੋੜ ਆਪਾਂ ਨੂੰ ਪੈਂਦੀ ਹੈ। ਲੋੜ ਦੇ ਨਾਲ ਨਾਲ ਉਹਦੇ ਆਪਾਂ ਨੂੰ ਐਲੀਮੈਂਟ ਕਿਹੜੇ ਕਿਹੜੇ ਉਹਦੇ ਤੱਤ ਹੈ, ਅਤੇ ਕਿਹੜੇ ਕਿਹੜਾ ਉਹਦਾ ਕਾਰਜ ਖੇਤਰ ਕਿੰਨਾ ਹੈ, ਏਰੀਆ ਕਿੰਨਾ ਇਹਦੇ ਵਿੱਚ ਡਿਫਾਈਨ ਹੈ, ਉਹ ਆਪਾਂ ਨੂੰ ਪਤਾ ਹੋਣਾ ਜ਼ਰੂਰੀ ਹੈ। ਤਾਂ ਇਹਦੇ ਵਿੱਚ ਗ੍ਰੈਗ ਅਤੇ ਲੂਥਰ ਜਿਹੜੇ ਹੈਗੇ ਆ ਆਪਣੇ ਰਾਈਟਰ ਹੋਏ ਆ, ਉਹਨਾਂ ਨੇ ਇਹਦੇ ਕਾਰਜਾਂ ਦਾ ਵੇਰਵਾ ਦਿੱਤਾ ਹੈ, ਜਿਹਦੇ ਵਿੱਚ ਉਹਨਾਂ ਨੇ ਇਹਨਾਂ ਨੂੰ ਕੁਛ ਹਿੱਸਿਆਂ ਦੇ ਵਿੱਚ ਡਿਵਾਈਡ ਕੀਤਾ ਹੈ। ਸਭ ਤੋਂ ਪਹਿਲਾਂ ਹੈਗਾ ਨਿਰਣਾ ਲੈਣਾ, ਜਿਹਨੂੰ ਆਪਾਂ ਡਿਸੀਜ਼ਨ ਕਹਿ ਦਿੰਦੇ ਹਾਂ, ਯੋਜਨਾ ਬਣਾਉਣੀ ਪਲੈਨਿੰਗ, ਸੰਗਠਿਤ ਕਰਨਾ ਔਰਗੇਨਾਈਜ਼ਿੰਗ, ਸੰਚਾਰ ਕਰਨਾ ਕਮਿਊਨੀਕੇਟਿੰਗ, ਪ੍ਰਭਾਵਿਤ ਕਰਨਾ ਇਨਫਲੂਐਂਸਿੰਗ, ਤਾਲਮੇਲ ਕਰਨਾ ਕੋਆਰਡੀਨੇਟਿੰਗ, ਮੁਲਾਂਕਣ ਕਰਨਾ ਇਵੈਲੂਏਸ਼ਨ। ਇਹ ਤਾਂ ਗ੍ਰੈਗ ਨੇ ਦੱਸਿਆ ਸੀ। ਲੂਥਰ ਅਤੇ ਗਲੀਕ ਅਨੁਸਾਰ ਇਹਦੇ ਕਿਹੜੇ ਕਿਹੜੇ ਖੇਤਰ ਹੈ, ਯੋਜਨਾ, ਸੰਗਠਨ ਕਰਨਾ, ਇਹ ਤਾਂ ਸੇਮ ਹੀ ਹੈ ਪਿਛਲੇ ਨਾਲ ਹੀ। ਫਿਰ ਇਹਨੇ ਇੱਕ ਨਵਾਂ ਜਿਹੜਾ ਤੱਤ ਸ਼ਾਮਿਲ ਕੀਤਾ ਹੋਵੇਗਾ, ਸਟਾਫ ਦਾ ਪ੍ਰਬੰਧ, ਨਿਰਦੇਸ਼ਨ, ਤਾਲਮੇਲ, ਰਿਪੋਰਟ ਤਿਆਰ ਕਰਨਾ ਅਤੇ ਬਜਟ ਬਣਾਉਣਾ। ਹੁਣ ਇਹਨਾਂ ਨੂੰ ਆਪਾਂ ਇੱਕ ਇੱਕ ਕਰਕੇ ਐਕਸਪਲੇਨ ਕਰਾਂਗੇ। ਸਭ ਤੋਂ ਪਹਿਲਾਂ ਜਿਹੜਾ ਇਹਨਾਂ ਦਾ ਸੀਗਾ ਨਿਰਣਾ ਲੈਣਾ, ਡਿਸੀਜ਼ਨ ਮੇਕਿੰਗ। ਹੁਣ ਇਸ ਪੱਧਰ 'ਤੇ ਜੇ ਆਪਾਂ ਗੱਲ ਕਰੀਏ, ਜੋ ਵੀ ਇੱਕ ਸੰਗਠਨ, ਇੱਕ ਔਰਗੇਨਾਈਜੇਸ਼ਨ ਦੇ ਵਿੱਚ ਬੇਸਿਕਲੀ ਜੋ ਨਤੀਜੇ ਜਾਂ ਜੋ ਵੀ ਨਿਰਣੇ ਲਿੱਤੇ ਜਾਂਦੇ ਆ, ਜੋ ਰਿਜ਼ਲਟ ਨਿਕਲਦੇ ਆ, ਉਹ ਮੈਨੇਜਮੈਂਟ ਦੁਆਰਾ ਹੀ ਕੀਤੇ ਜਾਂਦੇ ਆ। ਠੀਕ ਹੈ, ਕੋਈ ਵੀ ਕਿਸੇ ਵੀ ਤਰ੍ਹਾਂ ਦੀ ਕੁਛ ਕਾਨੂੰਨ ਬਣਾਉਣਾ ਹੈ, ਕੁਛ ਵੀ ਆਪਾਂ ਕੋਈ ਮੰਨ ਲਓ ਬਿਲਡਿੰਗ ਕੋਈ ਡਿਵੈਲਪ ਕਰਨੀ ਹੈ, ਜਾਂ ਕੋਈ ਕਿਤਾਬਾਂ ਹੈ, ਜਾਂ ਕੋਈ ਸਿਲੇਬਸ ਵਗੈਰਾ ਚੇਂਜ ਕਰਨਾ ਹੈ, ਤਾਂ ਕੁਛ ਵੀ ਹੈ ਜਿਹੜੇ ਇਹਦੇ ਐਂਡ ਜਿਹੜੇ ਡਿਸੀਜ਼ਨ ਹੁੰਦੇ ਆ ਉਹ ਕਿਹਦੇ ਦੁਆਰਾ ਲਿੱਤੇ ਜਾਂਦੇ ਆ, ਮੈਨੇਜਮੈਂਟ ਦੇ ਦੁਆਰਾ ਇਹ ਡਿਸੀਜ਼ਨ ਮੇਕਿੰਗ ਲਿੱਤੀ ਜਾਂਦੀ ਹੈ। ਸੈਕਿੰਡ ਪੁਆਇੰਟ ਆ ਜਾਂਦਾ ਯੋਜਨਾਬੰਦੀ, ਜਿਹਨੂੰ ਆਪਾਂ ਪਲੈਨਿੰਗ ਕਹਿ ਦਿੰਦੇ ਹਾਂ। ਹੁਣ ਪਲੈਨਿੰਗ ਦੇ ਵਿੱਚ ਕੀ ਹੈ, ਕਹਿੰਦੇ ਕੋਈ ਵੀ ਸਕੂਲ ਹੈ, ਕੋਈ ਵੀ ਸੰਗਠਨ ਹੈ, ਕੋਈ ਵੀ ਔਰਗੇਨਾਈਜੇਸ਼ਨ ਹੈ, ਉਹਦੀ ਸਫਲਤਾ ਜਾਂ ਅਸਫਲਤਾ ਜ਼ਿਆਦਾਤਰ ਕਿਹਦੇ 'ਤੇ ਨਿਰਭਰ ਕਰਦੀ ਹੈ, ਪਲੈਨਿੰਗ 'ਤੇ। ਜੇਕਰ ਆਪਣੀ ਪਲੈਨਿੰਗ ਵਧੀਆ ਹੋਊਗੀ, ਆਪਣੀ ਯੋਜਨਾਬੰਦੀ ਵਧੀਆ ਹੋਊਗੀ, ਤਾਂ ਬਹੁਤ ਜ਼ਿਆਦਾ ਚਾਂਸਿਸ ਹੁੰਦੇ ਆ ਕਿਸੇ ਕੰਮ ਦੇ ਵਿੱਚ ਫੇਲ ਹੋਣ ਦੇ। ਆਪਾਂ ਬੇਸਿਕਲੀ ਉਸ ਕੰਮ ਦੇ ਵਿੱਚ ਸਫਲਤਾ ਹੀ ਮਿਲਦੀ ਹੈ। ਕਿਉਂ? ਕਿਉਂਕਿ ਆਪਾਂ ਇੱਕ ਵੈਲ ਪਲੈਨਡ ਹੋ ਕੇ ਉਸ ਚੀਜ਼ ਨੂੰ ਕਰਦੇ ਹਾਂ। ਤਾਂ ਕਹਿੰਦੇ ਹੁਣ ਪਲੈਨਿੰਗ ਦੇ ਵਿੱਚ ਕਰਦੇ ਸਮੇਂ ਆਪਾਂ ਕਿਹੜੇ ਕਿਹੜੇ ਭੌਤਿਕ ਸਾਧਨ ਹੈ, ਕਿਵੇਂ ਮਨੁੱਖਾਂ ਦਾ ਪ੍ਰਯੋਗ ਕਰਨਾ ਹੈ, ਕਿਵੇਂ ਸਮੇਂ ਦਾ ਪ੍ਰਯੋਗ ਕਰਨਾ ਹੈ, ਕਿਸ ਸਥਿਤੀ ਨੂੰ ਜਾਣ ਕੇ ਕੀ ਡਿਸੀਜ਼ਨ ਲੈਣੇ ਹੈ, ਉਹ ਸਾਰੇ ਆਪਣੇ ਜੇ ਪਲੈਨਿੰਗ ਬੇਸਡ ਹੁੰਦੇ ਹੈ, ਤਾਂ ਆਪਣਾ ਜਿਹੜਾ ਰਿਜ਼ਲਟ ਹੁੰਦਾ ਉਹ ਵੀ ਕੀ ਹੁੰਦਾ, ਇੱਕ ਵਧੀਆ ਤਰੀਕੇ ਦਾ ਰਿਜ਼ਲਟ ਆਪਾਂ ਲੈ ਸਕਦੇ ਹਾਂ। ਨੈਕਸਟ ਆ ਗਿਆ ਸੰਗਠਿਤ ਕਰਨਾ, ਔਰਗੇਨਾਈਜ਼ਿੰਗ। ਹੁਣ ਕਿਸੇ ਵੀ ਇੱਕ ਔਰਗੇਨਾਈਜੇਸ਼ਨ ਦੀ ਜਦੋਂ ਆਪਾਂ ਇੱਕ ਸੰਸਥਾ ਦੀ ਗੱਲ ਕਰਦੇ ਹਾਂ, ਤਾਂ ਉਸ ਸੰਸਥਾ ਨੂੰ ਇੱਕ ਸੰਗਠਿਤ ਰੂਪ ਨਾਲ ਚਲਾਉਣਾ, ਮਤਲਬ ਮਿਲ ਜੁਲ ਕੇ ਚਲਾਉਣਾ, ਇਹ ਕੰਮ ਵੀ ਕਿਹਦੇ ਦੁਆਰਾ ਕੀਤਾ ਜਾਂਦਾ ਹੈ, ਮੈਨੇਜਮੈਂਟ ਦੁਆਰਾ ਹੀ ਕੀਤਾ ਜਾਂਦਾ ਹੈ। ਜੇਕਰ ਇੱਕ ਔਰਗੇਨਾਈਜ਼ਿੰਗ ਵੇ ਨਾਲ ਇੱਕ ਸੰਸਥਾ ਨੂੰ ਨਹੀਂ ਚਲਾਇਆ ਜਾਂਦਾ, ਤਾਂ ਉਹ ਇਨਬੈਲੈਂਸ ਹੋ ਜਾਂਦਾ, ਅਸੰਤੁਲਿਤ ਹੋ ਜਾਂਦੀਆਂ ਚੀਜ਼ਾਂ, ਉਹਨਾਂ ਨੂੰ ਮੈਨੇਜ ਕਰਨਾ ਡਿਫੀਕਲਟ ਹੋ ਜਾਂਦਾ, ਮਿਸਅੰਡਰਸਟੈਂਡਿੰਗ ਬਹੁਤ ਜ਼ਿਆਦਾ ਕ੍ਰੀਏਟ ਹੋ ਜਾਂਦੀ ਹੈ। ਤਾਂ ਉਸ ਚੀਜ਼ ਦੇ ਵਿੱਚ ਕੀ ਹੈ, ਫਜ਼ੂਲ ਖਰਚੀ ਹੋਣ ਲੱਗ ਜਾਂਦੀ ਹੈ, ਜਾਂ ਕਿਸੇ ਵੀ ਕੰਮ ਨੂੰ ਜੇ ਆਪਾਂ ਕਰਦੇ ਹੋ ਠੀਕ ਢੰਗ ਨਾਲ ਨਹੀਂ ਹੁੰਦਾ, ਤਾਂ ਬੇਸਿਕਲੀ ਐਂਡ ਆਫ ਦਾ ਡੇ ਆਪਾਂ ਨੂੰ ਉਹਦੇ ਨਾਲ ਕੀ ਮਿਲਦੀ ਹੈ, ਅਸਫਲਤਾ ਮਿਲਦੀ ਹੈ। ਇਸ ਲਈ ਇੱਕ ਵਧੀਆ ਸੰਸਥਾ ਦੀ ਨਿਸ਼ਾਨੀ ਕੀ ਹੁੰਦੀ ਹੈ, ਪ੍ਰੋਪਰ ਔਰਗੇਨਾਈਜ਼ਡ ਹੋਣੀ ਜ਼ਰੂਰੀ ਹੈ। ਨੈਕਸਟ ਆ ਗਿਆ ਨਿਰਦੇਸ਼ਨ, ਡਾਇਰੈਕਸ਼ਨਸ। ਹੁਣ ਜਦੋਂ ਆਪਾਂ ਕਿਤੇ ਵੀ ਕੰਮ ਕਰਦੇ ਹਾਂ, ਤਾਂ ਆਪਾਂ ਨੂੰ ਇੱਕ ਡਾਇਰੈਕਸ਼ਨ ਦੀ ਜ਼ਰੂਰਤ ਪੈਂਦੀ ਹੈ। ਹੁਣ ਆਪਾਂ ਕਿਸੇ ਔਰਗੇਨਾਈਜੇਸ਼ਨ ਦੇ ਨਾਲ ਜਦੋਂ ਜੁੜਦੇ ਹਾਂ, ਤਾਂ ਆਪਾਂ ਨੂੰ ਨਿਰਦੇਸ਼ ਦਿੱਤੇ ਜਾਂਦੇ ਹੈ, ਡਾਇਰੈਕਸ਼ਨ ਦਿੱਤੀਆਂ ਨੇ ਵੀ ਆਹ ਕੰਮ ਐਵੇਂ ਕਰਨਾ, ਇਹ ਕੰਮ ਐਵੇਂ ਕਰਨਾ। ਤਾਂ ਜਿਹੜਾ ਡਾਇਰੈਕਸ਼ਨ ਦੇਣ ਦਾ ਕੰਮ ਹੈ, ਇਹ ਵੀ ਕਿਹਦੇ ਦੁਆਰਾ ਕੀਤਾ ਜਾਂਦਾ, ਮੈਨੇਜਮੈਂਟ ਦੁਆਰਾ ਕੀਤਾ ਜਾਂਦਾ। ਮੈਨੇਜਮੈਂਟ ਪ੍ਰਭਾਵਸ਼ਾਲੀ ਤਰੀਕੇ ਨਾਲ ਨਿਰਦੇਸ਼ਨ ਦਿੰਦੀ ਹੈ, ਉਹਨਾਂ ਨਿਰਦੇਸ਼ਨ ਨੂੰ ਫੋਲੋ ਕਰਕੇ ਕੋਈ ਵੀ ਡਿਸੀਜ਼ਨ ਪਾਰ ਹੈ ਜਿਹੜੀ ਉਹ ਸਟਰੋਂਗ ਕੀਤੀ ਜਾ ਸਕਦੀ ਹੈ।
ਤਾਲਮੇਲ ਕਰਨਾ, ਕੋਆਰਡੀਨੇਸ਼ਨ ਬਿਠਾਉਣੀ, ਜਿੰਨੇ ਵੱਖਰੇ ਵੱਖਰੇ ਇੰਪਲੋਏ ਆ ਜੋ ਉਹਨਾਂ ਦੇ ਵਿੱਚ ਕੁਛ ਮਿਸਕਨਸੈਪਸ਼ਨਸ ਹੋ ਜਾਂਦੀਆਂ ਜਾਂ ਕੋਈ ਲੜਾਈ ਝਗੜੇ ਦਾ ਕਾਰਨ ਬਣਦਾ ਹੈ ਜਾਂ ਉਹਨਾਂ ਦੇ ਵਿੱਚ ਆਪਸ ਵਿੱਚ ਸਮਝ ਦੀ ਕਮੀ ਹੈ, ਤਾਂ ਉਹਨਾਂ ਨੂੰ ਕੀ ਕੀਤਾ ਜਾਂਦਾ, ਇੱਕ ਤਾਲਮੇਲ ਜਿਹੜਾ ਸਥਾਪਿਤ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ, ਕਿਉਂਕਿ ਆਪਾਂ ਇੱਕ ਚਾਰ ਦੀਵਾਰੀ ਦੇ ਵਿੱਚ ਕੁਛ ਪਰਸਨਸ ਇਕੱਠੇ ਮਿਲ ਕੇ ਕੰਮ ਕਰਦੇ ਆ, ਤਾਂ ਉਹਨਾਂ ਦੇ ਵਿੱਚ ਇੱਕ ਬੈਟਰ ਕੋਆਰਡੀਨੇਸ਼ਨ ਬਣਾਉਣਾ ਬਹੁਤ ਜ਼ਰੂਰੀ ਹੁੰਦਾ। ਤਾਂ ਜਿਹੜੀ ਬੈਟਰ ਕੋਆਰਡੀਨੇਸ਼ਨ ਦੀ ਜ਼ਰੂਰਤ ਪੈਂਦੀ ਹੈ, ਇਹ ਪ੍ਰਬੰਧਕੀ ਕਾਰਜ ਜਿਹੜੀ ਆਪਣੀ ਮੈਨੇਜਮੈਂਟ ਹੁੰਦੀ ਹੈ ਉਹਨਾਂ ਦੁਆਰਾ ਹੀ ਕੀਤੀ ਜਾ ਸਕਦੀ ਹੈ। ਕੰਟਰੋਲ ਕਰਨਾ, ਕੰਟਰੋਲਿੰਗ, ਆਪਾਂ ਨੂੰ ਇਹ ਵੀ ਪਤਾ ਹੈ ਵੀ ਜਿੰਨੀ ਦੇਰ ਤੱਕ ਕਿਸੇ ਵੀ ਸੰਗਠਨ ਨੂੰ, ਕਿਸੇ ਵੀ ਪ੍ਰਸ਼ਾਸਨ ਦੇ ਉੱਤੇ ਕੰਟਰੋਲ ਨਹੀਂ ਹੋਊਗਾ ਤਾਂ ਕਦੇ ਵੀ ਉਹ ਬੈਲੈਂਸ ਤਰੀਕੇ ਨਾਲ ਕੰਮ ਨਹੀਂ ਕਰੂਗਾ। ਇਸ ਲਈ ਉਹਨਾਂ 'ਤੇ ਢੁਕਵੀਂ ਨਿਗਰਾਨੀ ਰੱਖੀ ਜਾਵੇ ਵੀ ਉਹ ਆਪਣੇ ਕਾਰਜ ਚੰਗੀ ਤਰ੍ਹਾਂ ਕਰ ਰਹੇ ਹੈ, ਪੂਰੀ ਤਰ੍ਹਾਂ ਕਰ ਰਹੇ ਹੈ, ਸਹੀ ਕਰ ਰਹੇ ਹੈ ਜਾਂ ਨਹੀਂ ਕਰ ਰਹੇ। ਤਾਂ ਇਹਨਾਂ ਚੀਜ਼ਾਂ ਨੂੰ ਦੇਖਣ ਲਈ ਇੱਕ ਕੰਟਰੋਲਿੰਗ ਪਾਵਰ ਦਾ ਹੋਣਾ ਬਹੁਤ ਜ਼ਰੂਰੀ ਹੁੰਦਾ ਹੈ। ਇਸ ਲਈ ਕਿਸੇ ਵੀ ਪ੍ਰਬੰਧ ਨੂੰ ਸਹੀ ਤਰੀਕੇ ਨਾਲ ਚਲਾਉਣ ਲਈ ਜਿਹੜਾ ਕੰਟਰੋਲਿੰਗ ਹੈ ਉਹ ਮੈਨੇਜਮੈਂਟ ਦੁਆਰਾ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਆ ਜਾਂਦਾ ਵੀ ਪ੍ਰਯੋਗਾਤਮਕ ਕਾਰਜ, ਐਕਸਪੈਰੀਮੈਂਟੇਸ਼ਨ। ਕੋਈ ਵੀ ਜਿਹੜੀ ਪ੍ਰਯੋਗਾਤਮਕ ਜੋ ਐਕਸਪੈਰੀਮੈਂਟੇਸ਼ਨਸ ਹੁੰਦੀਆਂ ਨਾ, ਇਹ ਜਿਹੜੇ ਖੋਜ ਹੁੰਦੀ ਹੈ ਕਿਸੇ ਵੀ ਸੰਸਥਾ ਨੂੰ ਅੱਗੇ ਲੈ ਕੇ ਜਾਣ ਦੇ ਵਿੱਚ ਬਹੁਤ ਮੁੱਖ ਭੂਮਿਕਾ ਨਿਭਾਉਂਦੀ ਹੈ। ਤਾਂ ਇਹ ਜਿਹੜੀਆਂ ਪ੍ਰਯੋਗਾਤਮਕ ਕਾਰਜ ਹੈ ਇਹਨਾਂ ਦੀ ਕੀ ਮਹੱਤਤਾ ਹੈ ਜਾਂ ਸਮਾਜ ਵਿੱਚ ਅੱਗੇ ਕਿਵੇਂ ਵਧਣਾ ਹੈ, ਇਹ ਵੀ ਇੱਕ ਪ੍ਰਬੰਧਕੀ ਕਾਰਜ ਦੇ ਵਿੱਚ ਰਹਿ ਕੇ ਹੀ ਪੂਰਨ ਹੋ ਸਕਦਾ ਹੈ। 8th ਪੁਆਇੰਟ ਇਜ਼ ਬਜਟ ਬਣਾਉਣਾ, ਬਜਟਿੰਗ। ਹੁਣ ਕਿਸੇ ਵੀ ਸੰਸਥਾ ਨੂੰ ਜਦੋਂ ਆਪਾਂ ਚਲਾਉਂਦੇ ਹਾਂ, ਬਜਟ ਇਜ਼ ਅ ਮੇਜਰ ਇਸ਼ੂ ਇਨ ਐਨੀ ਆਰਗੇਨਾਈਜੇਸ਼ਨ, ਠੀਕ ਹੈ ਨਾ, ਕਿਉਂਕਿ ਜੇ ਆਪਣੇ ਕੋਲ ਬਜਟ ਫਾਈਨੈਂਸ ਅਵੇਲੇਬਲ ਹੋਊਗਾ ਜਾਂ ਅਵੇਲੇਬਿਲਿਟੀ ਘੱਟ ਹੈ ਜਾਂ ਵੱਧ ਹੈ, ਲੇਕਿਨ ਸਭ ਤੋਂ ਬੈਟਰ ਚੀਜ਼ ਕੀ ਹੁੰਦੀ ਹੈ, ਆਪਾਂ ਉਹਨੂੰ ਮੈਨੇਜ ਕਿਵੇਂ ਕਰਦੇ। ਕਈ ਵਾਰੀ ਆਪਣੇ ਕੋਲ ਥੋੜ੍ਹੇ ਫਾਈਨੈਂਸ ਦੇ ਵਿੱਚ ਹੀ ਆਪਾਂ ਚੀਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਮੈਨੇਜ ਕਰ ਲੈਂਦੇ ਹਾਂ। ਤਾਂ ਇੱਕ ਪ੍ਰੋਪਰ ਬਜਟਿੰਗ ਹੋਣੀ ਜ਼ਰੂਰੀ ਹੈ ਤਾਂ ਕਿ ਆਪਾਂ ਨੂੰ ਪਤਾ ਲੱਗਦਾ ਰਹੇ ਵੀ ਕਿਹੜੀ ਚੀਜ਼ ਦੇ ਉੱਤੇ ਕਿੰਨਾ ਖਰਚਾ ਹੋ ਰਿਹਾ, ਕਿਵੇਂ ਹੋ ਰਿਹਾ, ਤਾਂ ਉਹ ਸਾਰੀਆਂ ਚੀਜ਼ਾਂ ਧਿਆਨ ਦੇ ਵਿੱਚ ਰੱਖੀਆਂ ਜਾ ਸਕਣ। ਫਿਰ ਆਪਣੇ ਕੋਲ ਇਹਦੇ ਵਿੱਚ ਆ ਜਾਂਦਾ ਮੁਲਾਂਕਣ, ਜਿਹਨੂੰ ਆਪਾਂ ਕਹਿੰਦੇ ਨੇ ਇਵੈਲੂਏਟਿੰਗ। ਇਵੈਲੂਏਟ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ। ਕਿਸੇ ਵੀ ਚੀਜ਼ ਦਾ ਸਰਵਪੱਖੀ ਗਿਆਨ ਜੇ ਆਪਾਂ ਦੇਖਣਾ ਹੋ ਰਿਹਾ ਕਿ ਨਹੀਂ ਹੋ ਰਿਹਾ, ਤਾਂ ਉਹਦੇ ਵਿੱਚ ਇਵੈਲੂਏਸ਼ਨ ਦੀ ਇੱਕ ਮਹੱਤਵਪੂਰਨ ਭੂਮਿਕਾ ਹੁੰਦੀ ਹੈ ਵੀ ਬੱਚਿਆਂ ਦੇ ਹਿੱਤ ਨੂੰ ਧਿਆਨ ਵਿੱਚ ਰੱਖਦੇ ਹੋਏ ਬੱਚਿਆਂ ਨੇ ਕਿੰਨੀ ਕੁ ਐਜੂਕੇਸ਼ਨ ਗੇਨ ਕੀਤੀ ਹੈ, ਇੱਕ ਸੰਸਥਾ ਦੇ ਵਿੱਚ ਬੱਚਿਆਂ ਨੂੰ ਜੋ ਸਿਖਾਇਆ ਜਾ ਰਿਹਾ ਵਧੀਆ ਤਰੀਕੇ ਦਾ, ਤਾਂ ਇੱਕ ਮੁਲਾਂਕਣ ਟਾਈਮ ਟੂ ਟਾਈਮ ਹੋਣਾ ਜ਼ਰੂਰੀ ਹੋ ਜਾਂਦਾ ਹੈ। ਨੈਕਸਟ ਪੁਆਇੰਟ ਹੈ ਰਿਪੋਰਟ ਤਿਆਰ ਕਰਨਾ, ਰਿਪੋਰਟਿੰਗ। ਇਹਦੇ ਵਿੱਚ ਕੀ ਹੁੰਦਾ, ਕਹਿੰਦੇ ਇੱਕ ਜਿਹੜਾ ਮੁਲਾਂਕਣ ਕੀਤਾ ਜਾਂਦਾ ਉਹਦੇ ਅਧੀਨ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ। ਮੁਲਾਂਕਣ ਦੇ ਵਿੱਚ ਬਹੁਤ ਮਹੱਤਵਪੂਰਨ ਰਿਪੋਰਟ ਕਿਉਂ ਤਿਆਰ ਕਰਦੇ, ਸਕੂਲ ਦੇ ਰਿਕਾਰਡ ਵਿੱਚ ਰੱਖਿਆ ਜਾਂਦਾ। ਮੁਲਾਂਕਣ ਕਰ ਲਿਆ ਆਪਾਂ, ਇਵੈਲੂਏਸ਼ਨ ਕਰ ਲਈ। ਹੁਣ ਇਵੈਲੂਏਸ਼ਨ ਜਿਵੇਂ ਐਗਜ਼ਾਮ ਹੋ ਗਏ, ਟੈਸਟ ਹੋ ਗਏ ਜਾਂ ਕੋਈ ਔਰਲ ਟੈਸਟ ਹੋ ਗਏ, ਰਿਟਨ ਹੋ ਗਏ, ਉਹਨਾਂ ਥਰੂ ਇਵੈਲੂਏਸ਼ਨ ਕੀਤੀ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਦੀ ਇੱਕ ਰਿਪੋਰਟ ਤਿਆਰ ਕਰਕੇ ਰੱਖੀ ਜਾਂਦੀ ਹੈ। ਇਹ ਰਿਪੋਰਟ ਕੀ ਹੈਲਪ ਕਰਦੀ ਹੈ, ਇਨ ਫਿਊਚਰ ਜੇ ਆਪਾਂ ਕਿਸੇ ਬੱਚੇ ਦਾ ਰਿਕਾਰਡ ਦੇਖਣਾ ਚਾਹੁੰਦੇ ਹਾਂ ਤਾਂ ਇਹਨਾਂ ਰਿਪੋਰਟ ਦੇ ਥਰੂ ਆਪਾਂ ਦੇਖ ਸਕਦੇ ਹਾਂ। ਨੈਕਸਟ ਆ ਗਿਆ ਪਾਠ ਸਹਾਇਕ ਕਿਰਿਆਵਾਂ, ਕੋਕੂਲਰ ਐਕਟੀਵਿਟੀਜ਼। ਉਸ ਤੋਂ ਇਲਾਵਾ ਕਹਿੰਦੇ ਪੜ੍ਹਾਈ ਦੇ ਨਾਲ ਨਾਲ ਅਨਦਰ ਐਕਟੀਵਿਟੀਜ਼ ਦਾ ਹੋਣਾ ਬਹੁਤ ਜ਼ਰੂਰੀ ਹੈ। ਇਹਨਾਂ ਕਿਰਿਆਵਾਂ ਨਾਲ ਕੀ ਹੈ, ਬੱਚੇ ਦਾ ਬੌਧਿਕ, ਸਰੀਰਕ, ਭਾਵਨਾਤਮਕ ਹਰ ਤਰੀਕੇ ਦਾ ਜਿਹੜਾ ਬੱਚੇ ਦਾ ਵਿਕਾਸ ਹੈ ਉਹ ਇਹਨਾਂ ਕੋਕੂਲਰ ਐਕਟੀਵਿਟੀਜ਼ ਦੇ ਨਾਲ ਹੀ ਹੋ ਸਕਦਾ। ਸਰਵਪੱਖੀ ਵਿਕਾਸ ਬੱਚੇ ਦਾ ਹੋ ਸਕਦਾ। ਇਹਦੀ ਅਨੁਹੋਦ ਦੇ ਵਿੱਚ ਮਤਲਬ ਬੱਚਾ ਵਧੀਆ ਸਟੈਂਡ ਨਹੀਂ ਕਰ ਸਕਦਾ। ਇਸ ਲਈ ਓਵਰਆਲ ਡਿਵੈਲਪਮੈਂਟ ਬਹੁਤ ਜ਼ਰੂਰੀ ਹੁੰਦੀ ਹੈ। ਓਵਰਆਲ ਡਿਵੈਲਪਮੈਂਟ ਦੇ ਲਈ ਕੋਕੂਲਰ ਐਕਟੀਵਿਟੀ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਹੈ। 12th ਇਜ਼ ਅਨੁਦੇਸ਼ਨ, ਇੰਸਟਰਕਸ਼ਨਸ। ਉਸ ਤੋਂ ਇਲਾਵਾ ਕਹਿੰਦੇ ਸਿੱਖਿਆ ਦੇ ਸਹੀ ਮੁਲਾਂਕਣ ਦੇ ਲਈ ਕੀ ਹੈ, ਇੱਕ ਸਹੀ ਅਨੁਦੇਸ਼ਨ ਹੋਣਾ ਬਹੁਤ ਜ਼ਰੂਰੀ ਹੈ। ਵਿਦਿਆਰਥੀਆਂ ਦੇ ਲਈ ਵੀ ਇੱਕ ਸਹੀ ਡਾਇਰੈਕਸ਼ਨ ਉਹਨਾਂ ਨੂੰ ਪ੍ਰੋਵਾਈਡ ਕਰਨਾ, ਇੰਸਟਰਕਸ਼ਨ ਪ੍ਰੋਵਾਈਡ ਕਰਨਾ, ਤਾਂ ਕਿ ਉਹਨਾਂ ਨੂੰ ਪਤਾ ਹੋਵੇ ਕਿਸ ਤਰ੍ਹਾਂ ਉਹਨਾਂ ਨੇ ਚੀਜ਼ਾਂ ਨੂੰ ਪਰਫੋਰਮ ਕਰਨਾ। ਤਾਂ ਇੱਕ ਇੰਸਟਰਕਸ਼ਨਸ ਬੇਸ ਚੀਜ਼ਾਂ ਹੋਣੀਆਂ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦੀਆਂ। ਠੀਕ ਹੈ ਜੀ, ਤਾਂ ਇਹ ਸੀਗਾ ਤੁਹਾਡਾ ਅੱਜ ਦਾ ਟੋਪਿਕ। ਇਹਦੇ ਵਿੱਚ ਆਪਣੀ ਜਿਹੜਾ ਕਾਰਜ ਹੈ ਜਾਂ ਸਕੋਪ ਹੈ ਇਹਨੂੰ ਆਪਾਂ ਕਵਰ ਕਰ ਲਿਆ। ਇਹ ਨਾਲ ਤੁਹਾਡਾ ਚੈਪਟਰ ਨੰਬਰ 11 ਹੈ ਜਿਹੜਾ ਉਹ ਸਟੂਡੈਂਟ ਖਤਮ ਹੋ ਰਿਹਾ।